BSF वाला मसला ਸਿੰਪਲ ਕਿਹਾ ਜਾ ਰਿਹਾ ਕਿ ਫੈਡਰਲਿਜ਼ਮ ਦੇ ਉੱਤੇ ਅਟੈਕ ਆ, ਖਾਸ ਤੌਰ ਤੇ ਚੋਣਾਂ ਆ ਰਹੀਆਂ ਨੇ, ਕਿਵੇਂ ਦੇਖ ਰਹੇ ਹੋ? ਜੇ ਉਹ ਨੈਸ਼ਨਲ ਸਿਕਿਉਰਿਟੀ ਨੂੰ ਲੌਜਿਕ ਦਿੱਤਾ ਜਾ ਰਿਹਾ ਤਾਂ ਇਹਦਾ ਮਤਲਬ ਇਹ ਹੈ ਕਿ ਵੀ ਪੰਜਾਬ ਪੁਲਿਸ ਦੇ ਉੱਤੇ ਸਵਾਲੀਆ ਚਿੰਨ੍ਹ ਉਠਾਏ ਗਏ, ਕੰਟਰੀ ਨੂੰ ਖਤਰਾ ਹੈਗਾ, ਇਹ ਦਿਖਾਇਆ ਜਾਣਾ, ਇਹ ਚੀਜ਼ ਨੂੰ ਦਿਖਾ ਕੇ ਤੇ ਵੋਟਾਂ ਲੈਣੀਆਂ ਜਿਹੜੀਆਂ ਉੱਤਰਾਖੰਡ ਤੇ ਉੱਤਰ ਪ੍ਰਦੇਸ਼ ਦੇ ਵਿੱਚ, ਇਹ ਬਹੁਤ ਵੱਡਾ ਫੈਕਟਰ ਬਣ ਜਾਂਦਾ। ਪਿਛਲੀ ਵਾਰ ਵੀ ਆਪਾਂ ਵੇਖਿਆ ਬਾਲਾਕੋਟ ਸਟ੍ਰਾਈਕ ਵੇਲੇ, ਹੋ ਸਕਦਾ ਅੱਗੇ ਕੋਈ ਇਹ ਜਿਹੀਆਂ ਹੋਰ ਇਨਸੀਡੈਂਟਸ ਹੋ ਜਾਣ ਜਾਂ ਕਿਸੇ ਤਰੀਕੇ ਨਾਲ ਕੁਝ ਹੋ ਜੇ ਕਿ ਵੀ ਵੋਟਾਂ ਨੂੰ ਨੈਸ਼ਨਲ ਸਿਕਿਉਰਿਟੀ ਇਸ਼ੂ ਦੇ ਉੱਤੇ ਵੋਟਾਂ ਲਈਆਂ ਜਾ ਸਕਣ। ਫਾਰਮ ਪ੍ਰੋਟੈਸਟਸ ਨੂੰ ਵੀ ਕਿਤੇ ਨਾ ਕਿਤੇ ਨੈਸ਼ਨਲ ਸਿਕਿਉਰਿਟੀ ਇਸ਼ੂ ਬਣਾ ਕੇ ਉਹਨੂੰ ਸ਼ਾਇਦ ਕਰਬ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਵੈਸੇ ਬਾਦਲ ਸਾਹਿਬ ਨੇ ਤਾਂ ਕਿਹਾ ਵੀ ਯੂਨੀਅਨ ਟੈਰੀਟਰੀ ਬਣਾ ਦੇਣ ਪੰਜਾਬ ਨੂੰ, ਉਹ ਤਾਂ ਨਹੀਂ ਮੈਂ ਐਗਰੀ ਕਰਦਾ, ਬਿਕੋਜ਼ ਸਟੇਟ ਭਾਰਤੀ ਕੇਂਦਰੀ ਸਟੇਟ ਕੋਲੇ ਇੰਨੇ ਵਸੀਲੇ ਹੈ ਨਹੀਂਗੇ ਇਨ ਟਰਮਸ ਆਫ ਆਰਮਡ ਫੋਰਸਿਸ। ਡੈਫੀਨੇਟਲੀ ਜੇ ਬੀਜੇਪੀ ਦੇ ਕੰਡਿਊਸਿਵ ਏਰੀਆ ਨਹੀਂ ਬਣਦੀ ਏ ਸਟੇਟ ਦੇ ਵਿੱਚ ਮਾਹੌਲ ਬਣਦਾ ਤਾਂ ਪ੍ਰੈਜ਼ੀਡੈਂਟ ਰੂਲ ਤੱਕ ਉਹ ਜਾ ਸਕਦਾ। ਆਉਣ ਵਾਲੇ ਦਿਨਾਂ ਦੇ ਅੰਦਰ ਪੰਜਾਬ 'ਚ ਗਵਰਨਰ ਰੂਲ ਇਲੈਕਸ਼ਨ ਤੋਂ ਪਹਿਲਾਂ ਲੱਗ ਸਕਦਾ, ਇਲੈਕਸ਼ਨ ਤੋਂ ਬਾਅਦ ਹੋ ਸਕਦਾ ਹੈ ਇਲੈਕਸ਼ਨਸ ਤੋਂ ਪਹਿਲਾਂ ਪ੍ਰੈਜ਼ੀਡੈਂਟ ਰੂਲ ਲੱਗੇ। ਹੋ ਸਕਦਾ ਹੈ ਕਿ ਆਪਾਂ ਇਹ ਵੇਖੀਏ ਕਿ ਪੁਲਿਸ ਫੰਕਸ਼ਨਿੰਗ ਦੇ ਵਿੱਚ ਕੋਈ ਜ਼ਿਆਦਾ ਦਖਲ ਅੰਦਾਜ਼ੀ ਸ਼ੁਰੂ ਹੋ ਜਾਏ, ਬਿਕੋਜ਼ ਸਟੇਟ ਕੋਲੇ ਕੁਝ ਲੰਬੇ ਚੌੜੇ ਹੁਣ ਸਕੋਪ ਹੋਰ ਹੈ ਨਹੀਂ ਰਿਹਾ ਨਹੀਂ। ਇਹ ਸਾਰੀਆਂ ਪਾਰਟੀਆਂ ਸੇਮ ਪੇਜ ਦੇ ਉੱਤੇ ਆਉਂਦੀਆਂ ਨੇ, ਜਿਵੇਂ ਉੱਥੇ ਮਹਿਬੂਬਾ ਮੁਫਤੀ ਆ ਗਏ, ਫਾਰੂਕ ਆ ਗਏ, ਹੋਰ ਵੀ ਪਾਰਟੀਆਂ ਆ ਗਈਆਂ, ਮੀਰਵਾਈਜ਼ ਹੋਰੀ, ਤਾਂ ਬੀਜੇਪੀ ਕਿਸੇ ਵੀ ਹੱਦ ਤੱਕ ਜਾਏ। ਇਹ 3-4 ਪਾਰਟੀਆਂ ਜਿਹੜੀਆਂ ਆਵਾਜ਼ ਉਠਾ ਰਹੀਆਂ, ਮੇਰੇ ਹਿਸਾਬ ਨਾਲ ਤਾਂ ਸਿਰਫ ਉਹ ਸ਼ੈਡੋ ਫਾਈਟਿੰਗ ਜੀ ਕਰ ਰਹੀਆਂ, ਕੋਈ ਕੰਕਰੀਟ ਕਨਵਿਕਸ਼ਨ ਨਾਲ ਨਹੀਂ ਇਹ ਆਵਾਜ਼ ਉਠਾ ਰਹੇ ਕਾਂਗਰਸ ਵਾਲੇ ਜਾਂ ਅਕਾਲੀ। ਇਸ ਚੀਜ਼ ਦੇ ਉਲਟ ਅਕਾਲੀਆਂ ਨੇ ਤਾਂ 370 ਦੇ ਹੱਕ 'ਚ ਭੁਗਤੇ ਸੀਗੇ, ਸੋ ਇਹ ਫੈਡਰਲਿਜ਼ਮ ਦੀ ਕਿਹੜੀ ਗੱਲ ਕਰਦੇ ਆ? ਮੋਰਲ ਰਾਈਟ ਹੀ ਨਹੀਂ ਬਣਦਾ ਪਿਆ ਇਹਨਾਂ ਦਾ। ਕੈਪਟਨ ਦੀ ਪੋਲਿਟਿਕਸ ਵੀ ਕੋਈ ਇਹਦੇ 'ਚ ਨਜ਼ਰ ਆ ਰਹੀ ਹੈ ਤੁਹਾਨੂੰ? ਪਿਛਲੇ 4-4.5 ਸਾਲ ਤੋਂ ਨੈਸ਼ਨਲ ਸਿਕਿਉਰਿਟੀ ਇਸ਼ੂਜ਼ ਤੇ ਤਾਂ ਉਹ ਤਕਰੀਬਨ ਕੇਂਦਰ ਦੇ ਪੱਖ ਦਾ ਹੀ ਸਟੈਂਡ ਲੈਂਦੇ ਰਹੇ ਆ। ਜਿਹੜਾ ਬੰਦਾ SY ਵਾਲਾ ਐਡਾ ਵੱਡਾ ਸਟੈਂਡ ਲੈਂਦਾ ਪਿਆ ਸੀ, ਉਹ ਅਚਾਨਕ ਘੁੰਮ ਕੇ ਫੈਡਰਲ ਇਸ਼ੂ ਦੇ ਉੱਤੇ ਆ ਕੇ ਇੰਨਾ ਸਟੈਂਡ ਕਿਵੇਂ ਲੈ ਗਿਆ ਤੇ ਉਹਨੂੰ ਨੈਸ਼ਨਲ ਸਿਕਿਉਰਿਟੀ ਇਸ਼ੂ ਤੱਕ ਲੱਗਾ। ਕੈਪਟਨ ਸਾਹਿਬ ਦਾ ਜਿਹੜਾ ਰੋਲ ਆ ਇਹਦੇ ਵਿੱਚ ਸਵਾਲੀਆ ਹੈਗਾ। ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਯਾਦਵਿੰਦਰ ਸਿੰਘ। BSF ਦੇ ਮਸਲੇ ਨੂੰ ਲੈ ਕੇ ਸਿਆਸਤ ਕਾਫੀ ਭਖੀ ਹੋਈ ਹੈ, ਵੱਖ-ਵੱਖ ਤਰੀਕੇ ਨਾਲ ਵਿਆਖਿਆ ਕੀਤੀ ਜਾ ਰਹੀ ਹੈ ਇਸ ਮਸਲੇ ਦੀ। ਫੈਡਰਲਿਜ਼ਮ ਤੇ ਅਟੈਕ ਤਾਂ ਕਿਹਾ ਹੀ ਜਾ ਰਿਹਾ, ਪਰ ਹੋਰ ਵੀ ਪਰਦੇ ਪਿਛਲੀਆਂ ਕਹਾਣੀਆਂ ਕੀ ਨੇ ਸਾਡੇ ਨਾਲ। ਅਜੇਪਾਲ ਸਿੰਘ ਬਰਾੜ ਨੇ, ਜਿਹੜੇ ਭਾਰਤੀ ਰਾਜਨੀਤੀ ਨੂੰ, ਪੰਜਾਬ ਦੀ ਰਾਜਨੀਤੀ ਨੂੰ, ਕੌਮਾਂਤਰੀ ਰਾਜਨੀਤੀ ਨੂੰ ਵੱਖਰੀ ਨਜ਼ਰ ਨਾਲ ਦੇਖਦੇ ਨੇ। ਗੱਲਬਾਤ ਉਹਨਾਂ ਨਾਲ ਕਰਦੇ ਹਾਂ ਕਿ ਉਹ ਕੀ ਮੰਨਦੇ ਨੇ, ਇਹਦੇ ਮੁੱਖ ਰੀਜ਼ਨ ਕੀ ਨੇ, ਇਹਦੇ ਵਕਤੀ ਰੀਜ਼ਨ ਕੀ ਨੇ ਤੇ ਇਹਦੇ ਅਗਲੇ ਕਾਰਨ ਕੀ ਨੇ। ਬਰਾੜ ਸਾਹਿਬ, ਕੀ ਲੱਗਦਾ ਤੁਹਾਨੂੰ BSF ਵਾਲਾ ਮਸਲਾ ਸਿੰਪਲ ਕਿਹਾ ਜਾ ਰਿਹਾ ਕਿ ਫੈਡਰਲਿਜ਼ਮ ਦੇ ਉੱਤੇ ਅਟੈਕ ਆ, ਤੁਸੀਂ ਇਹਨੂੰ ਕਿਹੜੀ ਨਜ਼ਰ ਦੇ ਨਾਲ ਦੇਖਦੇ ਹੋ? ਪਹਿਲਾਂ ਤਾਂ ਜੀ ਆਪਾਂ ਇਹ ਸਮਝ ਲਈਏ ਕਿ ਇਹ ਲਾਅ ਹੈ ਕੀ, ਹੈ ਨਾ, ਕੀ ਐਕਚੁਅਲੀ ਕੀ ਹੈਗਾ। 1968 ਦੇ ਵਿੱਚ ਜਦੋਂ BSF ਐਕਟ ਬਣਿਆ ਤਾਂ ਉਹਦੇ ਵਿੱਚ ਇੱਕ ਸੈਕਸ਼ਨ ਆ 139, ਉਹਦੇ ਵਿੱਚ ਉਹਨਾਂ ਨੇ ਇੱਕ ਪ੍ਰੋਵੀਜ਼ਨ ਦਿੱਤੀ ਆ ਕੇਂਦਰ ਸਰਕਾਰ ਨੂੰ। 2 ਕਲੌਜ਼ ਉਹਦੇ ਵਿੱਚ। ਪਹਿਲਾ ਕਲੌਜ਼ ਆ ਕਿ ਕੇਂਦਰ ਸਰਕਾਰ ਕਿਸੇ ਵੀ ਟਾਈਮ ਕੁਛ ਏਰੀਆ ਨੂੰ ਐਡਜੋਇਨਿੰਗ ਟੂ ਬਾਰਡਰ ਉਹਨੂੰ BSF ਐਕਟ 'ਚ ਲਿਆ ਸਕਦੀ ਹੈ, ਜਿਹਦੇ ਵਿੱਚ ਪਾਸਪੋਰਟ ਐਕਟ 1920 ਤੇ ਪਾਸਪੋਰਟ ਐਕਟ 1967 ਦੇ ਤਹਿਤ ਉਹਨੂੰ ਉੱਥੇ ਉਹ BSF ਉੱਥੇ ਕਾਰਵਾਈ ਕਰ ਸਕਦੀ ਹੈ ਤੇ CRPC ਦੀਆਂ ਪਾਵਰਸ ਵੀ ਮਿਲ ਸਕਦੀਆਂ ਉਹਨੂੰ ਵੀ। ਉਹ ਦੋਨੇ ਬੇਸਿਕਲੀ ਇਨਫਿਲਟਰੇਸ਼ਨ ਨੂੰ ਚੈੱਕ ਕਰਨ ਵਾਸਤੇ ਲਾਅ ਸੀਗੇ। ਤੇ ਇਹ ਲਾਅ ਲਿਆਂਦਾ ਕਿਉਂ ਗਿਆ ਸੀ? ਇਹਦੇ ਮੇਨ ਕਾਰਨ ਇਹ ਸੀਗਾ ਕਿ ਵੀ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਇਹ ਟਰੈਕਟਸ ਸੀਗੇ, ਜਿਹੜੇ ਲਾਰਜਲੀ ਜਿਵੇਂ ਰਾਜਸਥਾਨ ਦਾ ਬਹੁਤ ਹਿੱਸਾ ਜਾਂ ਗੁਜਰਾਤ ਦਾ ਬਹੁਤ ਹਿੱਸਾ ਤੇ ਪੰਜਾਬ ਦਾ ਵੀ ਜਿਹੜਾ ਬਿਲਕੁਲ ਥਿਨ ਬਾਰਡਰ ਸਟ੍ਰਿਪ ਸੀ, ਇਹਨਾਂ ਦੇ ਵਿੱਚ ਕਮਿਊਨੀਕੇਸ਼ਨ ਇਸ਼ੂਜ਼ ਬਹੁਤ ਸੀਗੇ ਤੇ ਇਹ ਬੜੀਆਂ ਰਿਮੋਟ ਏਰੀਆ ਹੁੰਦੇ ਸੀਗੇ। ਇੱਥੇ ਪੁਲਿਸਿੰਗ ਬਹੁਤ ਘੱਟ ਸੀ, ਪੋਪੂਲੇਸ਼ਨ ਡੈਂਸਿਟੀ ਬਹੁਤ ਘੱਟ ਸੀ, ਸੋ ਇਹ ਰੋਲ BSF ਨੂੰ ਦੇਤਾ ਇਸ ਤਰੀਕੇ ਨਾਲ ਤਾਂ ਕਿ ਉਹ ਮੈਨੇਜ ਕਰ ਸਕਣ। ਸੋ ਜਿਹੜੀ ਇਹਦੀ ਜ਼ਰੂਰਤ ਸੀਗੀ ਉਹ ਇਹ ਸੀਗੀ ਕਿ ਪੋਪੂਲੇਸ਼ਨ ਘੱਟ ਹੋਣ ਕਰਕੇ ਪੁਲਿਸ ਦੀਆਂ ਪਿਕਟਸ ਨਹੀਂ ਬਣ ਸਕਦੀਆਂ, ਤਾਂ ਪੁਲਿਸ ਇਹ ਕੰਮ ਨਹੀਂ ਕਰ ਸਕਦੀ ਸਟੇਟ ਦੀ। ਤੇ ਸੈਕਿੰਡ ਇਹ ਹੈ ਕਿ ਕਮਿਊਨੀਕੇਸ਼ਨ ਇਸ਼ੂਜ਼ ਹੋਣ ਕਰਕੇ ਮੋਬਾਈਲਸ ਜਾਂ ਵਾਇਰਲੈਸ ਸਿਸਟਮਸ ਉਹ ਜੇ ਨਹੀਂ ਸੀਗੇ ਉਸ ਟਾਈਮ, ਟਰੰਕ ਕਾਲਸ ਕਰਨੀਆਂ ਪੈਂਦੀਆਂ ਸੀ, ਪਿਕਟਸ ਤੇ ਹੁੰਦੀਆਂ ਨਹੀਂ, ਤਾਂ ਡਿਸੀਜਨ ਲੈਣ 'ਚ ਆਸਾਨੀ ਰਵੇ ਉੱਥੇ ਅਫਸਰ ਨੂੰ ਕਿ ਉਹ ਕੋਈ ਨਾ ਕੋਈ ਉਹਦੀ ਅਰੈਸਟ ਪਾਸ ਕਰਕੇ ਬੰਦੇ ਨੂੰ ਪੇਸ਼ ਕਰ ਸਕਣ ਅੱਗੇ ਸਟੇਟ ਦੀ ਪੁਲਿਸ ਕੋਲੇ ਜੂਰਿਸਡਿਕਸ਼ਨ 'ਚ ਲਿਆ ਸਕਣ। ਸੋ ਇਹ ਮੁੱਖ ਮੁੱਦਾ ਸੀਗਾ, ਇਹ ਰੀਜ਼ਨ ਸੀ ਜਿਹਦੇ ਕਰਕੇ ਲਾਅ ਬਣਿਆ ਸੀ। ਪਰ ਬਾਅਦ 'ਚ ਇਹ ਵੇਰੀਅਸ ਗਵਰਨਮੈਂਟਸ ਨੇ ਇਹਨੂੰ ਆਪਦੇ, ਕੇਂਦਰ ਨੇ ਆਪਦੇ ਜ਼ਰੂਰਤ ਵਾਸਤੇ ਜਾਂ ਆਪਦੇ ਇੰਟਰਸਟਸ ਵਾਸਤੇ ਇਹਨੂੰ ਟਵਿਸਟ ਕੀਤਾ ਅੱਡ ਸਮੇਂ ਦੇ ਵਿੱਚ। ਤੇ
ਹੁਣ ਵੀ ਜਿਹੜਾ ਇਹ ਹੈਗਾ ਇਹ ਫੈਡਰਲਿਜ਼ਮ ਤੇ ਤਾਂ ਚਲੋ ਅਟੈਕ ਇੱਕ ਵਨ ਆਫ ਦਾ ਫੈਕਟਰਸ ਹੈਗਾ। ਇਹ ਨਹੀਂ ਕਿ ਫੈਡਰਲਿਜ਼ਮ ਬਹੁਤ ਸਟਰੋਂਗ ਹੈਗਾ, ਪਹਿਲਾਂ ਹੀ ਫੈਡਰਲਿਜ਼ਮ ਤੇ ਤਾਂ ਪਹਿਲਾਂ ਹੀ ਅਟੈਕ ਹੈਗਾ। ਜੇ NDPS ਐਕਟ 'ਚ ਵੀ ਨਾਰਕੋਟਿਕ ਬਿਊਰੋ ਹੈਗਾ, ਆਰਮਸ ਐਕਟ 'ਚ NIA ਹੈਗਾ, ਉਹਦੀ ਜੂਰਿਸਡਿਕਸ਼ਨ ਆਲ ਅਕ੍ਰੋਸ ਦੀ ਸਟੇਟ ਰਨ ਕਰਦੀ ਆ। ਤਾਂ ਇਹ ਇਕੱਲਾ ਫੈਡਰਲਿਜ਼ਮ ਤੇ ਅਟੈਕ ਨਹੀਂ, ਇਹ ਉਹਦੇ ਮੱਚ ਬਿਯੋਂਡ ਹੈਗਾ ਜੀ। ਕਿਵੇਂ ਮਤਲਬ ਮੱਚ ਬਿਯੋਂਡ ਕਿਵੇਂ ਦੇਖ ਰਹੇ ਹੋਗੇ ਕਿ ਭਾਰਤੀ ਰਾਜਨੀਤੀ ਖਾਸ ਤੌਰ ਤੇ ਚੋਣਾਂ ਆ ਰਹੀਆਂ ਨੇ, ਕਿਵੇਂ ਦੇਖ ਰਹੇ ਹੋ ਤੁਸੀਂ? ਪਹਿਲੀ ਗੱਲ ਤਾਂ ਇਹ ਹੈ ਜੀ ਕਿ ਜਿਹੜੇ ਲੌਜਿਕਸ ਦਿੱਤੇ ਜਾ ਰਹੇ ਆ ਕੇਂਦਰ ਵੱਲੋਂ ਕਿ ਵੀ ਕਿਉਂ ਲਾਇਆ ਗਿਆ, ਉਹ ਲੌਜਿਕ ਲਾਰਜਲੀ ਨੈਸ਼ਨਲ ਸਿਕਿਉਰਿਟੀ ਨੂੰ ਲੈ ਕੇ ਦਿੱਤਾ ਜਾ ਰਿਹਾ। ਜੇ ਉਹ ਨੈਸ਼ਨਲ ਸਿਕਿਉਰਿਟੀ ਨੂੰ ਲੌਜਿਕ ਦਿੱਤਾ ਜਾ ਰਿਹਾ ਤਾਂ ਇਹਦਾ ਮਤਲਬ ਇਹ ਹੈ ਕਿ ਵੀ ਪੰਜਾਬ ਪੁਲਿਸ ਦੇ ਉੱਤੇ ਸਵਾਲੀਆ ਚਿੰਨ੍ਹ ਉਠਾਏ ਗਏ। ਤੇ ਸਵਾਲੀਆ ਚਿੰਨ੍ਹ ਕਿਹੜੇ ਫੈਕਟਰਸ 'ਤੇ ਉਠਾਏ ਗਏ? ਕੀ ਉਹ ਡਰੱਗਸ ਦੇ ਮਾਮਲੇ 'ਚ ਉਠਾਏ ਗਏ ਆ ਕਿ ਆਰਮਸ ਦੇ ਮਾਮਲੇ 'ਚ ਉਠਾਏ ਗਏ ਆ? ਜਨਰਲੀ ਇਹ ਕਿਹਾ ਜਾ ਰਿਹਾ ਵੀ ਡਰੋਨਸ ਆ ਰਹੇ ਆ ਪਾਕਿਸਤਾਨ ਤੋਂ। ਤੇ ਇੰਟਰਸਟਿੰਗਲੀ ਇਹ ਜਿਹੜੀ ਨੋਟੀਫਿਕੇਸ਼ਨ ਹੈ ਜੀ, ਇਹਨੇ ਆਰਮਸ ਐਕਟ ਨੂੰ, NDPS ਐਕਟ ਨੂੰ ਤੇ ਕਸਟਮਸ ਐਕਟ ਨੂੰ ਹਲੇ ਵੀ 15 ਕਿਲੋਮੀਟਰ ਤੱਕ ਸੀਮਿਤ ਰੱਖਿਆ। ਉਦੋਂ ਬਾਅਦ ਸਟੇਟ ਪੁਲਿਸ ਹੈਗੀ ਆ। ਸੋ ਜੇ ਨਸ਼ੇ ਰੋਕਣੇ ਸੀ ਜਾਂ ਆਰਮਸ ਰੋਕਣੇ ਆ ਤਾਂ ਇਹ ਐਕਟ ਪੂਰਾ ਲੱਗਣਾ ਚਾਹੀਦਾ ਸੀ। ਸੈਕੰਡਲੀ ਜਿਹੜੇ ਡਰੋਨਸ ਆ ਵੀ ਰਹੇ ਆ ਉਹਨਾਂ ਦੀ ਮੈਕਸੀਮਮ ਬਾਰ ਜਿਹੜੀ ਆ ਉਹ 18 ਕਿਲੋਮੀਟਰ ਦੱਸੀ ਜਾ ਰਹੀ ਹੈ। 18 ਤੋਂ 20 ਕਿਲੋਮੀਟਰ, 20 ਕਿਲੋਮੀਟਰ ਵੀ ਨਹੀਂ, 17-18 ਕਿਲੋਮੀਟਰ ਦੱਸੀ ਜਾ ਰਹੀ ਆ। ਸੋ ਐਕਟ ਨੂੰ 50 ਕਿਲੋਮੀਟਰ ਤੱਕ ਲਿਆਉਣ ਦੀ ਕੀ ਲੋੜ ਸੀਗੀ? ਸੋ ਨੈਚੁਰਲੀ ਇਹਦੇ ਦੋ ਮੰਤਵ ਹੈਗੇ ਆ, ਜੋ ਦੋ ਆਸਪੈਕਟਸ ਹੈਗੇ ਆ ਸਟੇਟ ਦੇ। ਪਹਿਲਾ ਆਸਪੈਕਟ ਤਾਂ ਇਹ ਹੈ ਕਿ ਜਦੋਂ ਵੀ ਕੇਂਦਰ ਜਾਂ ਕੋਈ ਕੰਮ ਕਰਦਾ ਹੈ ਜਾਂ ਕੇਂਦਰ ਸਰਕਾਰ ਤੇ ਜਿਹੜੀ ਵੀ ਪਾਰਟੀ ਇਹ ਕੰਮ ਕਰਦੀ ਉਹ ਜਨਰਲੀ ਇਲੈਕਸ਼ਨਸ ਨੂੰ ਲੈ ਕੇ ਉਹਦੇ ਡਿਸੀਜਨਸ ਹੁੰਦੇ ਆ। ਇਲੈਕਸ਼ਨਸ ਦੇ ਵਿੱਚ ਨੈਸ਼ਨਲ ਹਾਈਪਰ ਨੈਸ਼ਨਲਿਜ਼ਮ ਨੂੰ ਵਿਪ ਅਪ ਕੀਤਾ ਜਾਣਾ ਹੈਗਾ। ਸਟੇਟ ਦੇ ਵਿੱਚ ਨੈਸ਼ਨਲ ਮਤਲਬ ਕੰਟਰੀ ਨੂੰ ਖਤਰਾ ਹੈਗਾ, ਇਹ ਦਿਖਾਇਆ ਜਾਣਾ ਜਿਹੜਾ ਹੈਗਾ। ਤੇ ਇਹ ਚੀਜ਼ ਨੂੰ ਦਿਖਾ ਕੇ ਤੇ ਵੋਟਾਂ ਲੈਣੀਆਂ ਜਿਹੜੀਆਂ ਉੱਤਰਾਖੰਡ ਤੇ ਉੱਤਰ ਪ੍ਰਦੇਸ਼ ਦੇ ਵਿੱਚ, ਇਹ ਬਹੁਤ ਵੱਡਾ ਫੈਕਟਰ ਬਣ ਜਾਂਦਾ। ਪਿਛਲੀ ਵਾਰ ਵੀ ਆਪਾਂ ਵੇਖਿਆ ਬਾਲਾਕੋਟ ਸਟ੍ਰਾਈਕ ਵੇਲੇ। ਹੋ ਸਕਦਾ ਅੱਗੇ ਕੋਈ ਇੰਜੀਆਂ ਹੋਰ ਇਨਸੀਡੈਂਟਸ ਹੋ ਜਾਣ ਜਾਂ ਕਿਸੇ ਤਰੀਕੇ ਨਾਲ ਕੁਛ ਹੋ ਜਾਏ ਕਿ ਵੀ ਵੋਟਾਂ ਨੂੰ ਨੈਸ਼ਨਲ ਸਿਕਿਉਰਿਟੀ ਇਸ਼ੂ ਦੇ ਉੱਤੇ ਵੋਟਾਂ ਲਈਆਂ ਜਾ ਸਕਣ। ਉੱਤਰ ਪ੍ਰਦੇਸ਼ 'ਚ ਤੇ ਉੱਤਰਾਖੰਡ 'ਚ ਬਹੁਤ ਹੀ ਕਾਰਗਰ ਸਿੱਧ ਹੋਈ ਹੈ ਟੈਕਨੀਕ, ਜਿਹੜਾ ਇਹ ਸਟ੍ਰੈਟਜੀਜ਼ ਜਾਂ ਟੈਕਟਿਕਸ ਸਰਕਾਰਾਂ ਦੀ। ਲਾਰਜਰ ਪਰਸਪੈਕਟਿਵ ਦੇ ਵਿੱਚ ਇਹ ਹੈਗਾ ਕਿ ਫਾਰਮ ਪ੍ਰੋਟੈਸਟਸ ਨੂੰ ਵੀ ਕਿਤੇ ਨਾ ਕਿਤੇ ਨੈਸ਼ਨਲ ਸਿਕਿਉਰਿਟੀ ਇਸ਼ੂ ਬਣਾ ਕੇ ਉਹਨੂੰ ਸ਼ਾਇਦ ਕਰਬ ਕਰਨ ਦੀ ਕੋਸ਼ਿਸ਼ ਕੀਤੀ ਜਾਵੇ, ਕਿਉਂਕਿ ਹੁਣ ਸਮਝੌਤਿਆਂ ਦੀ ਜਿਹੜੀ ਗੱਲ ਹੋ ਰਹੀ ਹੈ ਕਿਤੇ ਨਾ ਕਿਤੇ ਮੱਠੀ ਪੈਂਦੀ ਲੱਗਦੀ ਹੈ, ਦੁਬਾਰਾ ਤੇ ਪ੍ਰੋਟੈਸਟ ਕੀਤੇ ਜਾਵੇ। ਸੈਕਿੰਡ ਇਹ ਹੈ ਕਿ ਜਿਹੜੀ ਭਾਰਤੀ ਸਟੇਟ ਦੀ ਜਿਹੜੀ ਸ਼ੇਪ ਬਣ ਜਾ ਰਹੀ ਹੈ ਅਕਰੋਸ ਦੀ ਕੰਟਰੀ ਜਿਹੜੀ ਆ, ਉਹ ਇੱਕ ਤਰ੍ਹਾਂ ਲੋਕਾਂ ਦੇ ਵਿੱਚ ਇਹ ਹੌਲੀ ਹੌਲੀ ਇਹ ਇੱਕ ਤਰ੍ਹਾਂ ਦੀ ਬੈਨੀਵੋਲੈਂਟ ਡਿਕਟੇਟਰਸ਼ਿਪ ਲਿਆਉਣਾ ਚਾਹੁੰਦੇ ਹੈਗੇ ਆ। ਤਾਂ ਹਰੇਕ ਏਰੀਏ ਨੂੰ ਇੱਕ ਅਲੱਗ ਲਾਅ ਨਾਲ ਦੱਬਣਗੇ। ਜੇ ਇਕੱਠਾ ਇੱਕੋ ਲਾਅ ਲਿਆਉਣਗੇ ਤਾਂ ਇੱਕ ਪ੍ਰੋਟੈਸਟ ਆਊਗੀ, ਹੈ ਨਾ। ਤਾਂ ਹਰੇਕ ਏਰੀਏ ਨੂੰ ਤਕਰੀਬਨ ਦੱਬਣ ਦੀ ਕੋਸ਼ਿਸ਼ ਹੋ ਰਹੀ ਆ। ਤੇ ਹੋ ਸਕਦਾ ਹੈ ਕਿ ਆਪਾਂ ਆਉਣ ਵਾਲੇ ਸਮੇਂ 'ਚ ਅੱਜ ਵੈਸੇ ਬਾਦਲ ਸਾਹਿਬ ਨੇ ਤਾਂ ਕਿਹਾ ਵੀ ਯੂਨੀਅਨ ਟੈਰੇਟਰੀ ਬਣਾ ਦੇਣ ਪੰਜਾਬ ਨੂੰ, ਉਹ ਤਾਂ ਨਹੀਂ ਮੈਂ ਐਗਰੀ ਕਰਦਾ, ਬਿਕੋਜ਼ ਭਾਰਤੀ ਕੇਂਦਰ ਦੀ ਸਟੇਟ ਕੋਲੇ ਇੰਨੇ ਵਸੀਲੇ ਹੈ ਨਹੀਂ ਗੇ ਇਨ ਟਰਮਸ ਆਫ ਆਰਮਡ ਫੋਰਸਿਸ ਕਿ ਉਹ ਬਣਾਇਆ ਜਾ ਸਕੇ। ਪਰ ਡੈਫੀਨੇਟਲੀ ਜੇ BJP ਦੇ ਕੰਡਿਊਸਿਵ ਨਹੀਂ ਬਣਦੀ ਇਹ ਸਟੇਟ ਦੇ ਵਿੱਚ ਮਾਹੌਲ ਬਣਦਾ ਤਾਂ ਪ੍ਰੈਜ਼ੀਡੈਂਟ ਰੂਲ ਤੱਕ ਉਹ ਜਾ ਸਕਦੇ। ਲੱਗ ਸਕਦਾ ਆਉਣ ਵਾਲੇ ਦਿਨਾਂ ਦੇ ਅੰਦਰ ਪੰਜਾਬ 'ਚ ਗਵਰਨਰ ਰੂਲ ਇਲੈਕਸ਼ਨ ਤੋਂ ਪਹਿਲਾਂ ਲੱਗ ਸਕਦਾ, ਇਲੈਕਸ਼ਨ ਤੋਂ ਬਾਅਦ? ਜਿਵੇਂ BJP ਦੀ ਪੋਲੀਟਿਕਸ ਆਪਾਂ ਵੇਖਦੇ ਹਾਂ ਜੀ, ਹੋ ਸਕਦਾ ਹੈ ਇਲੈਕਸ਼ਨਸ ਤੋਂ ਪਹਿਲਾਂ ਪ੍ਰੈਜ਼ੀਡੈਂਟ ਰੂਲ ਲੱਗੇ। ਹੋ ਸਕਦਾ ਹੈ ਕਿ ਆਪਾਂ ਇਹ ਵੇਖੀਏ ਕਿ ਪੁਲਿਸ ਫੰਕਸ਼ਨਿੰਗ ਦੇ ਵਿੱਚ ਕੋਈ ਜ਼ਿਆਦਾ ਦਖਲ ਅੰਦਾਜ਼ੀ ਸ਼ੁਰੂ ਹੋ ਜਾਏ, ਬਿਕੋਜ਼ ਸਟੇਟ ਕੋਲੇ ਕੁਛ ਲੰਬੇ ਚੌੜੇ ਹੁਣ ਸਕੋਪ ਹੋਰ ਹੈ ਨਹੀਂ ਰਿਹਾ ਨਹੀਂ, ਹੈ ਨਾ। ਪੁਲਿਸ ਫੰਕਸ਼ਨਿੰਗ ਇੱਕ ਐਸੀ ਚੀਜ਼ ਹੈ ਜਿਹਦੇ ਉੱਤੇ ਜੇ ਸੈਂਟਰ ਦਾ ਆ ਜਾਂਦਾ ਤਾਂ ਉਹਦੇ ਨਾਲ BJP ਜਿਹੜੇ ਕਾਰਕੁਨ ਆ ਜਿਹੜੇ ਹੁਣ ਬਾਹਰ ਨਹੀਂ ਨਿਕਲ ਪਾ ਰਹੇ, ਉਹਨਾਂ ਦੇ ਜਾਂ ਉਹਨਾਂ ਨੂੰ ਪ੍ਰੋਬਲਮ ਆ ਰਹੀ ਆ ਫੇਸ, ਇੱਕ ਤਾਂ ਉਹਨਾਂ 'ਚ ਕੌਨਫੀਡੈਂਸ ਉਹ ਰਿਸਟੋਰ ਕਰਨ ਦੀ ਕੋਸ਼ਿਸ਼ ਕਰਨਗੇ। ਸੈਕਿੰਡ, ਉਹ ਕਿਸੇ ਨਾ ਕਿਸੇ ਤਰੀਕੇ ਦਾ ਉਹਦਾ ਦਬਾਅ ਵੀ ਬਣਾ ਸਕਦੇ ਆ। ਸੋ ਪ੍ਰੈਜ਼ੀਡੈਂਟ ਰੂਲ ਪੂਰੀ ਤਰ੍ਹਾਂ ਲੱਗਦਾ ਹੈ ਕਿ ਕਿਵੇਂ ਲੱਗਦਾ, ਉਹ ਡਿਪੈਂਡ ਕਰੂਗਾ ਕਿ ਵੀ ਜਿਹੜੇ ਇਹ 3-4 ਪਾਰਟੀਆਂ ਜਿਹੜੀਆਂ ਆਵਾਜ਼ ਉਠਾ ਰਹੀਆਂ, ਮੇਰੇ ਹਿਸਾਬ ਨਾਲ ਤਾਂ ਇਹ ਸਿਰਫ ਉਹੀ ਸ਼ੈਡੋ ਫਾਈਟਿੰਗ ਜੀ ਕਰ ਰਹੀਆਂ, ਕੋਈ ਕੰਕਰੀਟ ਕਨਵਿਕਸ਼ਨ ਨਾਲ ਨਹੀਂ ਇਹ ਆਵਾਜ਼ ਉਠਾ ਰਹੇ ਕਾਂਗਰਸ ਵਾਲੇ ਜਾਂ ਅਕਾਲੀ ਇਸ ਚੀਜ਼ ਦੇ ਉਲਟ। ਪਰ ਜੇ ਕਨਵਿਕਸ਼ਨ ਨਾਲ ਆਵਾਜ਼ ਉਠਾਉਣਗੇ ਤਾਂ ਡੈਫੀਨੇਟਲੀ ਜਿਵੇਂ ਕਸ਼ਮੀਰ ਦੇ ਵਿੱਚ ਹੋਇਆ ਸੀ ਉਵੇਂ BJP ਇੱਥੇ ਪ੍ਰੈਜ਼ੀਡੈਂਟ ਰੂਲ ਆ ਜਾਏ। ਜੇ ਸਾਰੀਆਂ ਪਾਰਟੀਆਂ ਸੇਮ ਪੇਜ ਦੇ ਉੱਤੇ ਆਉਂਦੀਆਂ ਨੇ, ਜਿਵੇਂ ਉੱਥੇ ਮਹਿਬੂਬਾ ਮੁਫਤੀ ਆ ਗਏ, ਫਾਰੂਕ ਆ ਗਏ, ਹੋਰ ਵੀ ਪਾਰਟੀਆਂ ਆ ਗਈਆਂ, ਮੀਰਵਾਈਜ਼ ਹੋਰੀ, ਤਾਂ BJP ਕਿਸੇ ਵੀ ਹੱਦ ਤੱਕ ਜਾਏਗੀ। ਬਿਲਕੁਲ ਜੀ। 2018 ਦਾ ਜਿਹੜਾ ਐਕਸਪੀਰੀਅੰਸ ਆ ਆਪਣੇ ਕੋਲੇ ਕਸ਼ਮੀਰ ਦਾ, ਉਹ ਇਹ ਹੈਗਾ ਜੇ ਇਫੈਕਟਿਵਲੀ ਆਏ,
ਵੇਖੋ ਇਹਨਾਂ ਨੂੰ ਇਫੈਕਟਿਵਲੀ ਆਉਣ ਵਾਸਤੇ ਇਹਨਾਂ ਦੇ ਮੋਰਲ ਬਾਈਂਡਿੰਗਸ ਵੀ ਬਹੁਤ ਆ ਅਕਾਲੀਆਂ ਨੇ ਤਾਂ 370 ਦੇ ਹੱਕ 'ਚ ਭੁਗਤੇ ਸੀਗੇ, ਸੋ ਇਹ ਫੈਡਰਲਿਜ਼ਮ ਦੀ ਕਿਹੜੀ ਗੱਲ ਕਰਦੇ ਆ, ਮੋਰਲ ਰਾਈਟ ਹੀ ਨਹੀਂ ਬਣਦਾ ਪਿਆ ਇਹਨਾਂ ਦਾ। ਦੂਜੇ ਪਾਸੇ ਕਾਂਗਰਸ ਨੇ ਤਾਂ ਮੋਦੀ ਦੇ ਗੁਜਰਾਤ 'ਚ ਇਸ ਲਾਅ ਨੂੰ 80 ਕਿਲੋਮੀਟਰਸ ਤੱਕ ਕੀਤਾ ਸੀ, ਤੇ ਉਹਨੇ ਆਵਾਜ਼ ਉਠਾਈ ਸੀ 2012 'ਚ ਕਿ ਤੁਸੀਂ ਸਟੇਟ ਵਿਦਨ ਸਟੇਟ ਕ੍ਰੀਏਟ ਕਰ ਰਹੇ, ਤਾਂ ਅੱਜ ਮੋਦੀ ਉਹੀ ਸਟੇਟ ਵਿਦਨ ਸਟੇਟ ਕ੍ਰੀਏਟ ਕਰ ਰਿਹਾ ਪੰਜਾਬ ਦੇ ਵਿੱਚ। ਤੇ ਉਹ ਜਿਹੜੀ ਫੈਕਟਰ ਹੈਗਾ, ਜੇ ਇਹ ਤਿੰਨੇ ਇਕੱਠੇ ਹੁੰਦੇ ਆ, ਆਮ ਆਦਮੀ ਪਾਰਟੀ ਤੇ ਅਕਾਲੀ ਤੇ ਕਾਂਗਰਸ, ਇਹ ਸੇਮ ਪੇਜ ਤੇ ਆਉਂਦੇ ਆ, ਤੇ ਜਿਵੇਂ ਫਾਰਮ ਲਾਜ਼ ਦੇ ਵਿੱਚ ਇਹਨਾਂ ਨੇ ਬਹੁਤ ਵੱਡਾ ਇੱਕ ਮਤਾ ਪਾਸ ਕੀਤਾ ਸੀ ਤੇ ਸਟ੍ਰਿਕਟ ਐਕਸ਼ਨ ਲਿਆ, ਮਤਲਬ ਇੱਕ ਸ਼ੋਅ ਕੀਤਾ ਸੀ ਇਹਨਾਂ ਨੇ ਇਕੱਠੇ ਹੋ ਕੇ, 2 BJP ਦੇ 2-4 ਬੰਦੇ ਛੱਡ ਕੇ, ਤੋਂ ਇਲਾਵਾ ਬਾਕੀ ਸਾਰਿਆਂ ਨੇ ਉਹਦੇ ਅਗੇਂਸਟ ਵੋਟ ਕੀਤੀ, ਮਤਲਬ ਫਾਰਮ ਲਾਜ਼ ਦੇ ਅਗੇਂਸਟ ਵੋਟ ਕੀਤਾ ਸੀ। ਉਵੇਂ ਜੇ ਕੋਈ ਮਤਾ ਲੈ ਕੇ ਆਉਂਦੇ ਆ ਤਾਂ ਤੁਹਾਨੂੰ ਉਦੋਂ ਪਹਿਲਾਂ ਕੋਈ ਨਾ ਕੋਈ ਇਫੈਕਟਿਵ ਰੋਲ ਤੁਹਾਨੂੰ ਨਜ਼ਰ ਆ ਸਕਦਾ। ਹੁਣ ਨੈਸ਼ਨਲ ਸਿਕਿਉਰਿਟੀ ਇਸ਼ੂ ਬਣਾ ਕੇ ਜਿਵੇਂ ਕੈਪਟਨ ਅਮਰਿੰਦਰ ਸਿੰਘ ਉਛਾਲ ਰਹੇ ਆ ਇਸ ਨੂੰ, ਉਹਦੇ ਤੋਂ ਐਂ ਲੱਗਦਾ ਹੈ ਕਿ ਵੀ ਇਹਨੂੰ ਉਧਰ ਲਿਜਾ ਸਕਦੀ। ਕੈਪਟਨ ਦੀ ਪੋਲਿਟਿਕਸ ਵੀ ਕੋਈ ਇਹਦੇ 'ਚ ਨਜ਼ਰ ਆ ਰਹੀ ਹੈ ਤੁਹਾਨੂੰ? ਕੈਪਟਨ ਸਾਹਿਬ ਦੇ ਜਿਵੇਂ ਤਾਂ ਪਿਛਲੇ 4-4.5 ਸਾਲ ਤੋਂ ਨੈਸ਼ਨਲ ਸਿਕਿਉਰਿਟੀ ਇਸ਼ੂਜ਼ ਤੇ ਤਾਂ ਉਹ ਤਕਰੀਬਨ ਕੇਂਦਰ ਦੇ ਪੱਖ ਦਾ ਹੀ ਸਟੈਂਡ ਲੈਂਦੇ ਰਹੇ ਆ, ਰਾਈਟ ਔਰ ਰੋਂਗ ਉਹ ਉਹਨਾਂ ਨੂੰ ਪਤਾ। ਪਰ ਜਿਹੜੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਹੜਾ ਬੰਦਾ SYL ਵਾਸਤੇ ਐਡਾ ਵੱਡਾ ਸਟੈਂਡ ਲੈਂਦਾ ਪਿਆ ਸੀ, ਉਹ ਅਚਾਨਕ ਘੁੰਮ ਕੇ ਫੈਡਰਲ ਇਸ਼ੂ ਦੇ ਉੱਤੇ ਆ ਕੇ ਇੰਨਾ ਸਟੈਂਡ ਕਿਵੇਂ ਲੈ ਗਿਆ, ਤੇ ਉਹਨੂੰ ਨੈਸ਼ਨਲ ਸਿਕਿਉਰਿਟੀ ਇਸ਼ੂ ਤੱਕ ਲੈ ਗਿਆ। ਮਤਲਬ ਨੈਸ਼ਨਲ ਸਿਕਿਉਰਿਟੀ ਇਸ਼ੂ ਬਣਾ ਲੈਣਾ ਤੇ BSF ਨੂੰ ਉੱਥੇ ਲਾ ਦੇਣਾ, ਇਹਦਾ ਮਤਲਬ ਵੀ ਪੰਜਾਬ ਪੁਲਿਸ ਤੇ ਇਤਬਾਰ ਹੀ ਨਹੀਂਗਾ ਬਿਲਕੁਲ। ਪੰਜਾਬ ਪੁਲਿਸ ਡਿਫੰਕਟ ਹੋ ਗਈ ਆ, ਤੇ ਪੰਜਾਬ ਪੁਲਿਸ ਜੇ ਡਿਫੰਕਟ ਹੋ ਗਈ ਹੈ ਜਾਂ ਪੰਜਾਬ ਪੁਲਿਸ ਦਾ ਕੀ ਕਰੈਕਟਰ ਹੀ ਬਦਲ ਗਿਆ। ਪੰਜਾਬ ਪੁਲਿਸ ਤਾਂ ਉਹ ਪੁਲਿਸ ਰਹੀ ਹੈ ਜਿਹਨੇ ਸਟੇਟ ਵਾਸਤੇ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਤੱਕ ਕੀਤੀਆਂ ਵੀਆਂ, ਮਤਲਬ ਸਟੇਜ ਤੇ ਹੱਕ 'ਚ ਹੀ ਭੁਗਤੀ ਸੀ ਪਿਛਲੇ 84 ਤੋਂ ਲੈ ਕੇ, ਜਿਹੜਾ 82 ਤੋਂ ਲੈ ਕੇ 95 ਦਾ ਦੌਰ ਸੀ, ਉਹ ਆਪਾਂ ਨੂੰ ਪਤਾ ਹੀ ਆ। ਸੋ ਉਹਦੇ ਤੇ ਕਿਵੇਂ ਭਰੋਸਾ ਨਹੀਂ, ਅਚਾਨਕ ਇਹ ਕਿਉਂ ਇਹ ਕੀਤਾ ਜਾ ਰਿਹਾ। ਸੋ ਨੈਚੁਰਲੀ ਕੈਪਟਨ ਸਾਹਿਬ ਦਾ ਜਿਹੜਾ ਰੋਲ ਆ ਇਹਦੇ ਵਿੱਚ ਸਵਾਲੀਆ ਹੈਗਾ। ਕੀ ਲੱਗਦਾ ਗਾ ਇਹਦੇ ਨਾਲ ਪੰਜਾਬ ਦੀ ਪੋਲਿਟਿਕਸ, ਜਿਵੇਂ ਇੱਕ ਦੌਰ ਆ ਪੰਜਾਬ 'ਚ 70s ਤੋਂ ਬਾਅਦ ਵਾਲਾ, ਕੰਸੋਲੀਡੇਸ਼ਨ ਹੋਇਆ, ਰਾਜਾਂ ਦੇ ਵੱਧ ਅਧਿਕਾਰਾਂ ਦੀ ਲੜਾਈ, ਕੀ ਇਸ ਤਰ੍ਹਾਂ ਦੀ ਕੰਸੋਲੀਡੇਸ਼ਨ ਹੋ ਸਕਦੀ ਹੈ ਦੇਸ਼ 'ਚ ਇਸ ਮਸਲੇ ਦੇ ਉੱਤੇ, ਜਾਂ ਪੰਜਾਬ ਤੋਂ ਸ਼ੁਰੂ ਹੋ ਸਕਦੀ ਹੈ ਤੇ ਪੂਰੇ ਦੇਸ਼ ਜਾ ਸਕਦੀ ਹੈ, ਪਹਿਲਾਂ ਗਈ ਸੀ? ਪੰਜਾਬ ਦੇ ਵਿੱਚ ਮੈਂ ਕੋਈ ਇੰਨੀ ਉਮੀਦ ਨਹੀਂ ਰੱਖਦਾ ਜੀ, ਕੋਈ ਨਵੀਂ ਲੀਡਰਸ਼ਿਪ ਉੱਭਰ ਆਵੇ ਤਾਂ ਅਲੱਗ ਗੱਲ ਆ, ਬਟ ਜਿਹੜੀ ਪ੍ਰੈਜ਼ੈਂਟ ਲੀਡਰਸ਼ਿਪ ਹੈਗੀ ਆ, ਚਾਹੇ ਉਹ ਕਾਂਗਰਸ ਦੀ ਆ, ਚਾਹੇ ਉਹ ਅਕਾਲੀ ਆ, ਚਾਹੇ ਕੀ ਆ, ਇਹ ਇੱਕ ਆਲਮੋਸਟ ਕੰਪਰੋਮਾਈਜ਼ਡ ਲੀਡਰਸ਼ਿਪ ਆ। ਇਹ ਜਿੱਥੇ ਪੋਸਟ ਕਨਫਲਿਕਟ ਜ਼ੋਨਸ ਆ ਜਾਂਦੀਆਂ ਨੇ, ਜਿੱਥੇ ਹਾਰਾਂ ਹੋ ਜਾਂਦੀਆਂ ਹੈ ਨਾ ਇਲਾਕਿਆਂ ਦੀਆਂ। ਇਹ ਤਾਂ ਚਲੋ ਇੱਕ ਸੂਬਾ ਸੀ ਜਿੱਥੇ ਕਨਫਲਿਕਟ 90 ਦਾ ਵੇਖਿਆ ਆਪਾਂ, 84 ਤੋਂ 90s ਦੇ ਵਿੱਚ ਅਰਲੀ ਦੇ ਵੇਖਿਆ। ਪਰ ਉਸ ਕਨਫਲਿਕਟ ਤੋਂ ਬਾਅਦ ਜੇ ਆਪਾਂ ਇਹਨੂੰ ਕੰਪੇਅਰ ਕਰੀਏ ਤਾਂ ਇਸ ਜਿਹੜੀਆਂ ਸਰਕਾਰਾਂ ਆਪਣੀਆਂ, ਉਹ ਤਕਰੀਬਨ ਫਰਾਂਸ ਦੇ ਵਿੱਚ ਜਿਵੇਂ ਜਰਮਨੀ ਜਦੋਂ ਆ ਗਿਆ ਸੀਗਾ, ਸੈਕੰਡ ਵਰਲਡ ਵਾਰ 3-4 ਸਾਲ ਰਿਹਾ, ਤਾਂ ਉਹ ਵਿੱਚ ਹੀ ਗਵਰਨਮੈਂਟ ਸੀਗੀ ਫਰਾਂਸ ਦੀ, ਉਹ ਬਿਲਕੁਲ ਪਪਟ ਗਵਰਨਮੈਂਟ ਸੀਗੀ ਜਰਮਨੀ ਦੀ। ਇਹ ਤਕਰੀਬਨ ਸਾਡੀਆਂ ਜਿਹੜੀਆਂ ਸਰਕਾਰਾਂ ਜਾਂ ਸਾਡੀ ਲੀਡਰਸ਼ਿਪ ਆ, ਇਹ ਤਕਰੀਬਨ ਉਵੇਂ ਹੈ ਜਿਹਦੇ ਵਿੱਚ ਉਹ ਬਿਜ਼ਨਸ ਅਲੀਟ ਨੂੰ, ਸਿਕਿਉਰਿਟੀ ਆਪਰੇਟਸ ਨੂੰ ਯੂਜ਼ ਕਰਦੇ ਹੋਏ ਬਿਜ਼ਨਸ ਅਲੀਟ ਨੂੰ ਬੈਨੀਫਿਟ ਦਿੰਦੀ ਆ, ਸਟੇਟ ਦੇ ਹਿੱਤਾਂ ਨੂੰ ਪਿੱਛੇ ਰੱਖਦੀ ਆ ਤੇ ਕੇਂਦਰ ਦੇ ਇਸ਼ਾਰਿਆਂ ਤੇ ਚੱਲਦੀ ਆ। ਇਹਦੇ ਵਿੱਚ ਕੋਈ ਆ ਜੇ, ਮਤਲਬ ਆਪਾਂ ਐਵੇਂ ਕਿਸੇ ਇੱਕ ਪਰਟੀਕੂਲਰ ਨੂੰ ਨਹੀਂ ਕਹਿ ਸਕਦੇ। ਇਹਨਾਂ 'ਚੋਂ ਵੇਖੋ ਤੁਸੀਂ ਜਿਹੜੀ ਵੀ ਲੀਡਰਸ਼ਿਪ ਅਵੇਲੇਬਲ ਆ, ਉਹ ਤਕਰੀਬਨ ਉਵੇਂ ਐਕਟ ਕਰੂਗੀ। ਸੋ ਜਿਹੜੀ ਐਡੀ ਲੀਡਰਸ਼ਿਪ ਜਿਹੜੀ ਕਮਜ਼ੋਰ ਆ, ਜਿਹੜੀ ਖੜੀ ਨਹੀਂ ਹੋ ਪਾ ਰਹੀ ਹੈ ਨਾ, ਜਿਹੜੀ ਆਪਦੇ ਪੈਰਾਂ 'ਤੇ ਨਹੀਂ ਖੜੀ ਹੋ ਪਾ ਰਹੀ, ਕੋਈ ਸਿਰਫ ਪੋਲੀਟੀਕਲ ਰੀਜ਼ਨਸ ਕਰਕੇ ਹੀ ਬਿਆਨਬਾਜ਼ੀ ਕਰ ਰਹੇ, ਉਦੋਂ ਗਾ ਐਕਸ਼ਨ ਨਹੀਂ ਕੋਈ ਕਰ ਰਹੇ ਉਹਦੇ 'ਤੇ, ਤਾਂ ਆਪਾਂ ਸੋਚੀਏ ਵੀ ਇਹਨਾਂ ਤੋਂ ਕੋਈ ਫੈਡਰਲ ਢਾਂਚੇ ਦੇ ਬਾਰੇ ਲੜਾਈ ਜਾਂ ਵੱਧ ਅਧਿਕਾਰਾਂ ਦੀ ਲੜਾਈ ਲੜ ਲੈਣਗੇ, ਇਹ ਪੋਸੀਬਿਲਿਟੀ ਮੈਨੂੰ ਨਜ਼ਰ ਨਹੀਂ ਆਉਂਦੀ। ਬਟ ਕੋਈ ਨਵੀਂ ਲੀਡਰਸ਼ਿਪ ਇਮਰਜ ਹੋ ਜਾਏ, ਜਦੋਂ ਇੰਨਾ ਕੇਂਦਰੀਕਰਨ ਪ੍ਰੈਸ਼ਰ ਪਊ ਰਿਫੋਰਮਸ ਦੇ ਵਿੱਚੋਂ, ਜਿਵੇਂ ਕਿਸਾਨੀ ਸੰਘਰਸ਼ ਇਮਰਜ ਹੋਇਆ, ਉਹ ਹਲੇ ਤਾਂ ਸੰਭਵ ਲੱਗਦਾ ਨਹੀਂ। ਪਰ ਇੰਨੀਆਂ ਮੂਵਮੈਂਟਸ ਦਾ ਕੋਈ ਪਤਾ ਨਹੀਂ ਹੁੰਦਾ, ਕਿਉਂਕਿ ਉਬਾਲਾ ਖਾ ਰਹੀਆਂ ਹੁੰਦੀਆਂ, ਫੋਰਸਿਸ ਥੱਲੇ ਲੱਗ ਰਹੀਆਂ ਹੁੰਦੀਆਂ, ਤੇ ਨੈਚੁਰਲੀ ਉਹ ਕਿਤੇ ਹੋਰ ਫਾਰਮ ਆਫ ਲੀਡਰਸ਼ਿਪ ਜਾਂ ਹੋਰ ਤਰੀਕੇ ਦੇ ਲੋਕ ਹੋਣਗੇ ਜਿਹੜੇ ਜਿੰਨਾ ਸੈਂਟਰਲ, ਮਤਲਬ ਅਲਟਰਾ ਸੈਂਟਰਲਾਈਜੇਸ਼ਨ ਆ ਨਾ, ਪਹਿਲਾਂ ਸੈਂਟਰਲਾਈਜੇਸ਼ਨ ਦੇ ਖਿਲਾਫ ਇੰਦਰਾ ਦੇ ਦੌਰ 'ਚ ਜਾਂ ਨਹਿਰੂ ਦੇ ਦੌਰ 'ਚ ਇੱਕ ਮੂਵਮੈਂਟ ਉੱਠੀ ਸੀਗੀ, 64 ਤੋਂ ਬਾਅਦ ਆਪਾਂ ਦੇਖਦੇ ਹਾਂ 70 ਦੇ ਦੌਰ 'ਚ ਆ ਕੇ ਉੱਥੇ ਸ਼ੁਰੂ ਹੁੰਦੀ ਹੈ ਕਹਾਣੀ। ਤਾਂ ਹੁਣ ਵੀ ਅਲਟਰਾ ਸੈਂਟਰਲਾਈਜੇਸ਼ਨ ਹੋ ਰਿਹਾ, ਅਤੀ ਕੇਂਦਰੀਕਰਨ, ਇਹਦੇ ਖਿਲਾਫ ਤੁਸੀਂ ਮਤਲਬ ਦੇਸ਼ 'ਚ ਕੋਈ ਡੀਸੈਂਟਰਲਾਈਜ਼ ਦੀ ਮੁਹਿੰਮ, ਜਾਂ ਸਾਰੇ ਰਾਜ ਜਿਹੜੇ ਨਾਰਾਜ਼ ਨੇ, ਜਾਂ ਉਹ ਜਿਨ੍ਹਾਂ ਰਾਜਾਂ 'ਚ BJP ਵੀ, ਉੱਥੇ ਦੂਜੀਆਂ ਪਾਰਟੀਆਂ ਤਾਂ ਹੈਗੀਆਂ ਨੇ ਨਾ, ਲੋਕ ਤਾਂ ਹੈਗੇ ਨੇ। ਵੇਖੋ ਜੀ, ਕੁਛ ਸਟੇਟਾਂ ਜਿਹੜੀਆਂ ਮੋਹਰੀ ਬਣਨ ਦੇ ਚਾਂਸ ਆ। ਵੇਖੋ ਬੰਗਾਲ ਦੇ ਵਿੱਚ ਹਮੇਸ਼ਾ ਫੈਡਰਲ ਸਟਰਕਚਰ ਦੀ ਗੱਲ ਹੁੰਦੀ ਰਹੀ ਆ, ਮਹਾਰਾਸ਼ਟਰ ਦੇ ਵਿੱਚ ਚਾਂਸ ਹੈ, ਮਹਾਰਾਸ਼ਟਰ ਹੁਣ ਕਿਸਾਨ ਸੰਘਰਸ਼ ਦੇ ਵਿੱਚ ਵੀ ਕਾਫੀ ਪੋਜ਼ਿਟਿਵ ਰੋਲ ਪਲੇ ਕਰ ਰਹੀ ਆ ਉਹਨਾਂ ਦੀ ਗਵਰਨਮੈਂਟ ਜਿਹੜੀ ਹੈਗੀ ਹੈ, ਚਾਹੇ ਉਹ ਆਪਦੇ ਪੋਲੀਟੀਕਲ ਗੇਨਸ ਵਾਸਤੇ ਕਰ ਰਹੀ ਆ। ਇਹ ਹੈ ਫਿਰ ਤਮਿਲਨਾਡੂ ਦੇ ਵਿੱਚ, ਤੇ ਸਾਊਥ ਦੇ ਵਿੱਚ ਕਈ ਸਟੇਟਾਂ ਹੈ, ਤੇ ਪੰਜਾਬ, ਇਹ ਕੁਛ ਸਟੇਟਾਂ ਹੈ ਜਿਹਦੇ ਵਿੱਚ ਜੇ ਇਹ ਪ੍ਰੈਸ਼ਰ ਵੱਧਦਾ ਗਿਆ ਤਾਂ ਇਹ ਰਿਬਾਊਂਡ ਆਉਂਦਾ ਹੀ ਆਉਂਦਾ। ਕਿਸੇ ਵੀ ਤਰੀਕੇ ਦਾ ਕੋਈ ਵੀ ਮੂਵਮੈਂਟ ਹੋਵੇ, ਉਹਦਾ ਕਾਊਂਟਰ
ਮੂਵਮੈਂਟ ਆਉਂਦੀ ਹੈ। ਸੋ ਇਹ ਮੂਵਮੈਂਟ ਜ਼ੋਰ ਫੜ ਰਹੀ ਹੈ ਲੋਕਾਂ 'ਚ। ਇਹ ਜ਼ੋਰ ਫੜ ਕੇ ਇਹ ਆਰਗੇਨਾਈਜ਼ ਹੋ ਕੇ ਅੱਗੇ ਜਾ ਸਕੂਗੀ। ਇਹ ਪੰਜਾਬ ਤੋਂ ਹੋਊਗੀ, ਬੰਗਾਲ ਤੋਂ ਹੋਊਗੀ, ਤਮਿਲਨਾਡੂ ਤੋਂ ਹੋਊਗੀ, ਕਿੱਥੋਂ ਹੋਊਗੀ, ਕਿਵੇਂ ਉੱਠੂਗੀ, ਉਹ ਤਾਂ ਆਪਾਂ ਫਿਊਚਰ 'ਚ ਹੀ ਦੱਸਦੇ ਹਾਂ। ਇਸ ਟਾਈਮ ਕੋਈ ਲੀਡਰਸ਼ਿਪ ਨਜ਼ਰ ਨਹੀਂ ਆ ਰਹੀ, ਬਟ ਹਾਂ ਲੋਕਾਂ ਦਾ ਰੋਹ ਹੈ, ਲੋਕਾਂ ਦਾ ਨਵ ਉਦਾਰਵਾਦ ਦੇ ਅਗੇਂਸਟ ਵੀ ਇੱਕ ਗੁੱਸਾ ਹੈ ਜਿਹਦੇ ਕਰਕੇ ਥੋੜ੍ਹਾ ਜਿਹਾ ਲੈਫਟਿਸਟ ਪਾਲਿਸੀਜ਼, ਚਾਹੇ ਈਵਨ ਕਾਂਗਰਸ ਵੀ ਲੈਫਟ ਵੱਲ ਝੁਕਾਅ ਕਰ ਰਹੀ ਆ, ਬਟ ਕੇਂਦਰੀਕਰਨ ਦੇ ਅਗੇਂਸਟ ਤਾਂ ਬਹੁਤ ਜ਼ਿਆਦਾ ਰੋਹ ਹੈਗਾ, ਅਤੇ ਸਾਊਥ ਦੇ ਵਿੱਚ ਤਾਂ ਬਹੁਤ ਹੀ ਜ਼ਿਆਦਾ ਗੁੱਸਾ ਇਹਦਾ, ਅਤੇ ਉਹਦੇ ਵਿੱਚ ਜ਼ਰੂਰ ਮੂਵਮੈਂਟ ਉੱਠਣ ਦੇ ਚਾਂਸ ਆ। ਨਹੀਂ ਤਾਂ ਘੱਟੋ ਘੱਟ ਉਹ ਪਾਰਟੀਆਂ ਨੂੰ ਸਪੇਸ ਮਿਲਣ ਦੀ ਚਾਂਸ ਆ, ਫੈਡਰਲ ਸਟਰਕਚਰ ਦੀ ਗੱਲ ਹੋਣ ਦੀ ਚਾਂਸ ਆ। ਬਟ ਪੰਜਾਬ ਦੇ ਵਿੱਚ, ਜਿਵੇਂ ਮੈਂ ਫੇਰ ਆਖਿਆ, ਪੰਜਾਬ ਦੇ ਵਿੱਚ ਜਿਹੜੀ ਐਗਜ਼ਿਸਟਿੰਗ ਰਵਾਇਤੀ ਲੀਡਰਸ਼ਿਪ ਆ, ਉਹਨਾਂ ਦੇ ਤੋਂ ਕੋਈ ਜ਼ਿਆਦਾ ਮੈਂ ਹੋਪ ਨਹੀਂ ਰੱਖਦਾ। ਧੰਨਵਾਦ ਤੁਹਾਡਾ ਬਰਾੜ ਸਾਹਿਬ, ਬਹੁਤ ਬਹੁਤ ਧੰਨਵਾਦ। ਇਹ ਸਨ ਅਜੇਪਾਲ ਬਰਾੜ, ਜਿਨ੍ਹਾਂ ਨੇ ਕਾਫੀ ਪੱਖਾਂ ਤੇ ਚਾਨਣਾ ਪਾਇਆ। ਇੱਕ ਪੱਖ ਦੇ ਉੱਤੇ ਤਾਂ ਲਗਾਤਾਰ ਗੱਲ ਹੋ ਰਹੀ ਹੈ ਕਿ ਫੈਡਰਲਿਜ਼ਮ ਤੇ ਅਟੈਕ ਆ, ਪਰ ਇਹਨਾਂ ਦਾ ਕਹਿਣਾ ਕਿ ਨੈਸ਼ਨਲ ਸਿਕਿਉਰਿਟੀ ਨੂੰ ਉਭਾਰ ਕੇ ਇੱਕ ਬੀਜੇਪੀ ਜਿਸ ਤਰ੍ਹਾਂ ਬਾਲਾਕੋਟ ਸਟ੍ਰਾਈਕ ਦੇ ਟਾਈਮ ਪੋਲੀਟਿਕਸ ਕੀਤੀ ਸੀ ਉੱਤਰ ਪ੍ਰਦੇਸ਼ ਤੇ ਉੱਤਰਾਖੰਡ 'ਚ, ਉਸ ਤਰ੍ਹਾਂ ਦੀ ਰਾਜਨੀਤੀ ਕਰ ਸਕਦੀ ਹੈ। ਦੇਸ਼ ਦੇ ਅੰਦਰ ਇੱਕ ਇਸ ਤਰ੍ਹਾਂ ਦਾ ਮਾਹੌਲ ਬਣਾਇਆ ਜਾ ਰਿਹਾ ਜਿਹਦੇ ਜ਼ਰੀਏ ਇਸ ਤਰ੍ਹਾਂ ਦਾ ਪੋਲਰਾਈਜੇਸ਼ਨ ਹੋ ਸਕਦਾ ਹੈ, ਔਰ ਦੂਜੇ ਪਾਸੇ ਇਹਦੇ ਉਲਟ ਕੋਈ ਵੱਡੀ ਮੁਹਿੰਮ ਵੀ ਸੂਬਿਆਂ 'ਚ ਪੈਦਾ ਹੋ ਸਕਦੀ ਹੈ।